अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਤੇ ਕਿਸਾਨ ਦੋਸਤੋ, ਆਪਾਂ ਮੌਜੂਦ ਹਾਂ ਆਪਣੇ ਆਲੂ ਦੇ ਖੇਤ ਵਿੱਚ ਤੇ ਨਾਲ ਮੇਰੇ ਹੈਗੇ ਨੇ ਜਨਾਬ ਮੱਟੀ ਨੂੰ ਚੈੱਕ ਕਰਨ ਵਾਲੇ ਡਾਕਟਰ ਸਾਹਿਬ ਫਖਰ ਭਾਈ। ਤੇ ਉਹ ਜਨਾਬ ਆਪਾਂ ਨੂੰ ਦੱਸਣਗੇ ਵੀ ਤੁਹਾਡੀ ਜਿਹੜੀ ਜ਼ਮੀਨ ਹੈ ਇਹ ਕਿਸ ਤਰ੍ਹਾਂ ਦੀ ਹੈ, ਇਹਨੂੰ ਕੋਈ ਬੁਖਾਰ ਜਾਂ ਕੋਈ ਬਿਮਾਰੀ ਤਾਂ ਨਹੀਂ ਹੈਗੀ, ਤੇ ਇਹਨੂੰ ਕਿਸ ਚੀਜ਼ ਦੀ ਲੋੜ ਹੈ, ਡੀਏਪੀ ਦੀ ਲੋੜ ਹੈ, ਪੋਟਾਸ਼ ਦੀ ਲੋੜ ਹੈ, ਜ਼ਿੰਕ ਦੀ ਲੋੜ ਹੈ, ਯੂਰੀਆ ਦੀ ਲੋੜ ਹੈ, ਉਹ ਜੋ ਚੀਜ਼ ਦੀ ਲੋੜ ਹੈ ਤਾਂ ਕਿ ਜਿਹੜੀ ਸਾਡੀ ਆਲੂ ਦੀ ਫਸਲ ਉਹ ਵਧੀਆ ਹੋਵੇ। ਤੇ ਇਹਦੇ ਬਾਰੇ ਕੋਈ ਮਜ਼ੀਦ ਜਿਹੜੀ ਹੈ ਉਹ ਮਾਲੂਮਾਤ ਦਿੰਦੇ ਨੇ ਡਾਕਟਰ ਸਾਹਿਬ। ਤੇ ਡਾਕਟਰ ਸਾਹਿਬ ਸਾਡੇ ਦੋਸਤਾਂ ਨੂੰ ਦੱਸੋ ਜਨਾਬ, ਤੇ ਚੈੱਕ ਕਰਕੇ ਵੀ ਵਿਖਾਓ ਵੀ ਮਿੱਟੀ ਦਾ ਤਜਜ਼ੀਆ, ਜਿੰਨੇ ਵੀ ਸਾਡੇ ਕਿਸਾਨ ਵੇਖਣ ਵਾਲੇ ਨੇ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਜ਼ਮੀਨ ਜਿਹੜੀ ਹੈ ਅੱਖਾਂ ਬੰਦ ਕਰਕੇ ਯੂਰੀਆ ਜਾਂ ਡੀਏਪੀ ਖਾਲੀ ਨਹੀਂ ਪਾਉਣੀ, ਇਹਨੂੰ ਵੀ ਹੋਰ ਸ਼ਾਵਾਂ ਦੀ ਵੀ ਲੋੜ ਹੁੰਦੀ ਹੈ। ਉਸ ਦੇ ਨਾਲ ਡੀਏਪੀ ਨੂੰ ਘੱਟ ਵੀ ਕਰਨਾ ਚਾਹੀਦਾ ਕਿ ਤੁਹਾਡੇ ਫਸਲ ਵਿੱਚ ਜਾਂ ਤੁਹਾਡੇ ਖੇਤਾਂ ਵਿੱਚ ਤੁਹਾਡੀ ਮਿੱਟੀ ਵਿੱਚ ਪਹਿਲੇ ਮੌਜੂਦ ਹੈ ਡੀਏਪੀ ਦੀ ਮਿਕਦਾਰ। ਤੇ ਜਿਸ ਦੀ ਚੀਜ਼ ਦੀ ਲੋੜ ਹੈ ਉਹ ਮਤਲਬ ਸਾਨੂੰ ਪਾਉਣੀ ਚਾਹੀਦੀ ਹੈ। ਅੱਖਾਂ ਬੰਦ ਕਰਕੇ ਦਵਾਈਆਂ ਜਾਂ ਖਾਦਾਂ ਨਹੀਂ ਪਾਉਣੀ ਚਾਹੀਦੀਆਂ, ਕਿਉਂਕਿ ਫਸਲ ਜ਼ਿਆਦਾ ਪੈਦਾਵਾਰ ਦੀ ਬਜਾਏ ਉਹ ਘੱਟ ਪੈਦਾਵਾਰ ਦਿੰਦੀ ਹੈ। ਦੱਸੋ ਜੀ ਸਾਡੇ ਪਹਿਲੇ ਤਾਂ ਆਪਣਾ ਤਾਰਫ ਕਰਵਾਓ ਤੇ ਨਾਲੇ ਸਾਡੇ ਕਿਸਾਨ ਵੀਰ ਭਰਾਵਾਂ ਨੂੰ ਮਿੱਟੀ ਦਾ ਤਜਜ਼ੀਆ ਜਿਸ ਤਰੀਕੇ ਤੁਸੀਂ ਕਰਦੇ ਨੇ ਉਹ ਵੀ ਪ੍ਰੈਕਟੀਕਲ ਕਰਕੇ ਵਿਖਾਓ। ਅਸਲਾਮ ਵਾਲੇਕੁਮ। ਨਾਮ ਮੁਹੰਮਦ ਫਖਰ ਹੈ ਜੀ, ਤੇ ਮੈਂ ਚੱਕ ਬਾਵਾ ਹਵੇਲੀ ਲੱਖਾ ਦੇ ਵਿੱਚ ਮੇਰੀ ਲੈਬਾਰਟਰੀ ਹੈ। ਤੇ ਅੱਜ ਮੈਨੂੰ ਮੇਰੇ ਭਾਈ ਮੀਆਂ ਮੁਹੰਮਦ ਅਫਜ਼ਲ ਬੱਟੂ ਸਾਹਿਬ ਨੇ ਬੁਲਾਇਆ ਹੈ ਤੇ ਅੱਜ ਮੈਂ ਤੁਹਾਨੂੰ ਆਲੂ ਦੇ ਵਿੱਚ ਇਹਦਾ ਸਾਰਾ ਤਜਜ਼ੀਆ ਕਰਾਂਗੇ। ਜ਼ਮੀਨ ਦੇ ਵਿੱਚ ਇੱਕ ਚੀਜ਼ ਹੈ ਵੀ ਅਗਰ ਆਲੂ ਨੂੰ ਇੱਕ ਡੀਏਪੀ ਦੀ ਲੋੜ ਹੈ ਤੇ ਆਪਾਂ 2 ਡੀਏਪੀ ਲਾ ਦੇਣੇ ਆ। ਜਿਸ ਵਕਤ ਆਪਾਂ ਉਹਨੂੰ ਓਵਰਡੋਜ਼ ਦੇਵਾਂਗੇ ਤੇ ਉਹਦੇ ਤੇ ਬਿਮਾਰੀਆਂ ਦਾ ਇਫੈਕਟ ਹੋਵੇਗਾ। ਬਿਮਾਰੀਆਂ ਦਾ ਇਫੈਕਟ ਹੋਏਗਾ ਯਾਨੀ ਉਹਨੂੰ ਬਿਮਾਰੀਆਂ ਲੱਗ ਜਾਸਣ, ਫਿਰ ਆਪਾਂ ਉਹਦੇ ਉੱਤੇ ਸਪਰੇਅ ਕਰਾਂਗੇ, ਫੰਜੀਸਾਈਡ ਕਰਾਂਗੇ, ਜੁਲਸਾਓ ਦੇ ਕਰਾਂਗੇ, ਸਾਰਾ ਕੁਝ ਕਰਾਂਗੇ, ਉਹ ਆਪਣਾ ਜ਼ਿਆਦਾ ਖਰਚਾ ਵੱਧ ਜਾਏਗਾ। ਦੂਸਰੀ ਚੀਜ਼ ਵੀ ਆਪਣੀ ਜਿਹੜੀ ਸਾਰੀ ਪੂਰੇ ਪੰਜਾਬ ਦੇ ਵਿੱਚ ਜ਼ਮੀਨ ਹੈ ਉਹ ਜ਼ਮੀਨ ਦੀ ਪੀਐਚ ਪਹਿਲੇ ਹੀ ਜ਼ਿਆਦਾ ਹੈ। ਪੀਐਚ ਹੁੰਦੀ ਹੈ ਜੀ ਹਾਈਡਰੋਜਨ ਦੀ, ਆਇਨ ਦੀ ਕੰਸਨਟ੍ਰੇਸ਼ਨ ਜ਼ਿਆਦਾ ਹੈ। तो हाइड्रोजन ਜਿਹੜਾ ਹੈ ਉਹ ਹਰ ਚੀਜ਼ ਨਾਲ ਮਿਲ ਜਾਂਦਾ ਹੈ ਵੀ ਉਹ ਇੱਕ ਆਇਨ ਦੇ ਕੇ ਦੂਸਰੇ ਨਾਲ ਵੀ ਕਿਸੇ ਚੀਜ਼ ਨਾਲ ਵੀ ਚੰਬੜ ਜਾਂਦਾ ਹੈ। ਅਗਰ ਹਾਈਡਰੋਜਨ ਆਇਨ ਦੀ ਕੰਸਨਟ੍ਰੇਸ਼ਨ ਜ਼ਿਆਦਾ ਹੋ ਸੀ ਤੇ ਆਪਾਂ ਡੀਏਪੀ ਇਸਤੇਮਾਲ ਕਰਨੇ ਹੁੰਦੀ ਵੀ ਪੀਐਚ ਜ਼ਿਆਦਾ ਹੁੰਦੀ ਹੈ। ਜਿਸ ਵਕਤ ਉਹ ਸਾਰੀ ਪੀਐਚ ਵੱਧਦੀ ਜਾਏਗੀ ਯਾਨੀ ਮਿਰਚਾਂ ਸਾਲਣ ਦੇ ਵਿੱਚ ਵੱਧਦੀਆਂ ਜਾਵਣਗੀਆਂ ਤੇ ਨਹੀਂ ਖਵਿੰਦਾ, ਕਿਸੇ ਚੀਜ਼ ਬੰਦੇ ਕੋਲ ਨਹੀਂ ਖਵਿੰਦਾ, ਤੇ ਇਹ ਫਿਰ ਵੀ ਪੌਦਾ ਹੈ, ਇਹ ਬੋਲ ਤਾਂ ਨਹੀਂ ਸਕਦਾ ਵੀ ਇਹਦੇ 'ਚ ਮਿਰਚਾਂ ਜ਼ਿਆਦਾ ਨੇ, ਮੈਂ ਹੁਣ ਕੀ ਕਰਾਂ। ਇਹਦੇ ਵਾਸਤੇ ਜਿਹੜਾ ਹੈ ਨਾ ਮੈਂ ਇਹਦੀ ਪੀਐਚ ਚੈੱਕ ਕਰਾਂਗਾ, ਫਿਰ ਇਹਦੇ ਵਿੱਚ ਅਵੇਲੇਬਿਲਿਟੀ ਫਾਸਫੋਰਸ, पोटाश और नाइट्रोजन, वो सारिया चीज़ा चेक करके तो फिर इन्हों की पीएच लेवल चेक करके तो भाई मुहम्मद अफजल भट्टू साहब को मैं रिपोर्ट बना के देंगा भी इहदे विच यह चीज़ इतनी आप इस्तेमाल करनी, अपनी फसल से कोई साइड इफेक्ट नहीं होगा, कोई बीमारी नहीं लगेगी, तो इनकी जी पैदावार है वो सब नालों ज़्यादा आएगी। जी ठीक हो गया डॉक्टर साहब, मेहरबानी। तो किसान भी भराओ प्रैक्टिकल करके तुहानूं विखाउण लगे जी डॉक्टर साहब। तो डॉक्टर साहब दे कोल जनाब लैपटॉप ਤੇ ਨਾਲ ਹੀ ਸੈਂਸਰ ਵਗੈਰਾ ਹੈ, ਇਹਦੇ ਜ਼ਰੀਏ ਚੈੱਕ ਕਰਦੇ ਨੇ ਤਾਂ ਕਿ ਜ਼ਮੀਨ ਦਾ ਜਿਹੜਾ ਮੁਕੰਮਲ ਤਜਜ਼ੀਆ ਹੋ ਜਾਵੇ ਤੇ ਜਿਸ ਚੀਜ਼ ਦੀ ਲੋੜ ਹੈ ਉਹ ਹੀ ਪਾਈਏ। ਹੁਣ ਆਪਾਂ ਜਿਸ ਤਰੀਕੇ ਪਹਿਲੇ ਡੀਏਪੀ ਲਾਈ ਹੈ, ਪੋਟਾਸ਼ ਲਾਈ ਹੈ, ਤੇ ਹੁਣ ਆਪਾਂ ਯੂਰੀਆ ਲਾਉਣੀ ਹੈ, ਤੇ ਡਾਕਟਰ ਸਾਹਿਬ ਦੱਸਣਗੇ ਵੀ ਆਪਾਂ ਨੂੰ ਕਿਸ ਚੀਜ਼ ਦੀ ਲੋੜ ਹੈ ਤੇ ਇਸ ਫਸਲ ਨੂੰ ਉਹ ਸ਼ੈ ਲਾਈਏ ਤਾਂ ਕਿ ਸਾਡੀ ਫਸਲ ਮਜ਼ੀਦ ਪੈਦਾਵਾਰ ਦੇਵੇ। ਇਹ ਹੁਣ ਹਿਸਾਬ ਕਿਤਾਬ ਵੇਖ ਲਓ ਡਾਕਟਰ ਸਾਹਿਬ ਦਾ ਕਿਸ ਤਰੀਕੇ ਚੈੱਕ ਕਰਦੇ ਪਏ ਨੇ, ਪ੍ਰੈਕਟੀਕਲ ਹੈਗਾ ਜੀ ਦੋਸਤੋ। ਜ਼ਮੀਨ ਆਪਾਂ ਉਹ ਲੈਣੀ ਹੈ ਜਿੰਦੇ ਵਿੱਚ ਯਾਨੀ ਪੌਦੇ ਦੀਆਂ ਜੜ੍ਹਾਂ ਜਿਸ ਦੇ ਵਿੱਚ ਆਪਣੀ ਖੁਰਾਕ ਹਾਸਲ ਕਰਨ, ਯਾਨੀ ਟਿਊਬਾਂ ਵੀ ਅਗਰ ਖੁਰਾਕ ਜ਼ਮੀਨ ਦੇ ਵਿੱਚੋਂ ਲੈ ਰਹੇ ਨੇ ਉਹਦੇ ਉੱਤੇ ਵੀ ਜੜ ਹੁੰਦੀ ਹੈ, ਉਹ ਪੌਦਾ ਖੁਰਾਕ ਲੈ ਰਿਹਾ ਹੁੰਦਾ ਹੈ। ਇਹਦੇ ਵਿੱਚ ਆਪਣੀ ਖੁਰਾਕ ਸਭ ਨਾਲ ਜ਼ਿਆਦਾ ਪਈ ਹੋਣੀ ਹੈ ਜੀ। ਬਿਲਕੁਲ ਇਹ ਜੀ ਆਪਣਾ ਸੈਂਸਰ ਲੱਗ ਗਿਆ ਜੀ, ਸੈਂਸਰ ਲੱਗ ਗਿਆ। ਜਿਸ ਤਰੀਕੇ ਅਗਰ ਲੈਬਾਰਟਰੀ 'ਚ ਕੋਈ ਬੰਦਾ ਇਨਸਾਨ ਕੋਈ ਬਿਮਾਰ ਹੋ ਜਾਂਦਾ ਤਾਂ ਉਹਨੂੰ ਚੈੱਕ ਚੁੱਕ ਕਰਦੇ ਹੈਗੇ ਨੇ। ਹਾਂਜੀ ਸੇਮ ਜਨਾਬ ਇਹ ਉਹੀ ਗੱਲ ਹੈਗੀ ਜੇ ਪੌਦਿਆਂ ਨੂੰ ਵੀ ਚੈੱਕ ਕਰਨ ਵਾਸਤੇ ਜਾਂ ਮਿੱਟੀ ਨੂੰ ਚੈੱਕ ਕਰਨ ਵਾਸਤੇ ਅਲਟਰਾਸਾਊਂਡ ਹੁੰਦਾ ਪਿਆ ਜੀ, ਜਾਂ ਐਕਸਰੇ ਵੀ ਕਹਿ ਸਕਦੇ ਹੋ। ਲੇਟੈਸਟ ਜਦੀਦ ਤਰੀਕੇ ਨਾਲ ਤੇ ਜਿਸ ਤਰੀਕੇ ਕਿਸਾਨ ਭਾਈਆਂ ਨੂੰ ਪਤਾ ਵੀ ਜਿਹੜੀ ਯੂਰਪ ਵਿੱਚ ਜਨਾਬ ਫਸਲਾਂ ਜਿਹੜੀਆਂ ਕਣਕ ਦੀ ਪੈਦਾਵਾਰ ਬਹੁਤ ਅੱਗੇ ਹੈ, ਚਾਵਲ ਦੀ ਬਹੁਤ ਅੱਗੇ ਹੈ, ਲੇਕਿਨ ਆਪਣਾ ਜਿਹੜਾ ਮੁਲਕ ਹੈ ਬਹੁਤ ਮੇਰਾ ਖਿਆਲ ਹੈ ਵੀ ਖੁਰਾਕ ਦੇ ਮਾਮਲੇ 'ਚ ਹਾਲੇ ਤੱਕ ਅਸੀਂ ਪਿੱਛੇ ਹਾਂ, ਬਹੁਤ ਪਿੱਛੇ ਹਾਂ ਜੀ। ਹਾਲਾਂਕਿ ਸਾਡੀ ਜਿੰਨੀ ਮਹਿੰਗਾਈ ਹੈ ਸਾਡੇ ਮੁਲਕ ਵਿੱਚ ਉਸ ਦੇ ਹਿਸਾਬ ਨਾਲ ਸਾਨੂੰ ਜਿਹੜੀ ਕਣਕ ਦੀ ਪੈਦਾਵਾਰ ਤਕਰੀਬਨ 100 ਪਲੱਸ ਹੋਣੀ ਚਾਹੀਦੀ ਹੈ। ਇਸੇ ਤਰੀਕੇ ਮੂੰਜੀ ਜਿਸ ਤਰੀਕੇ ਹਾਈਬ੍ਰਿਡ ਹੈਗੀ ਹੈ 100 ਪਲੱਸ ਆਉਂਦੀ ਹੈ, ਇਸੇ ਤਰੀਕੇ ਆਮ 1509 ਹੈ, 1692 ਮੂੰਜੀ ਹੈ, ਉਹਦੀ ਵੀ ਪੈਦਾਵਾਰ ਸਾਨੂੰ ਕਮ ਸੇ ਕਮ 60 ਤੋਂ 70 ਮਣ ਹੋਣੀ ਚਾਹੀਦੀ। ਜਿਹੜੀ ਸਾਡੀ ਆਉਂਦੀ 40 ਮਣ ਵੀ ਹੋ ਜਾਂਦੀ ਹੈ, 35 ਮਣ ਵੀ ਨਿਕਲ ਆਉਂਦੀ, ਕਿਸੇ ਦੀ 50 ਮਣ ਵੀ ਨਿਕਲ ਆਉਂਦੀ। ਤੇ ਜਿੰਨੇ ਖਰਚੇ ਨੇ ਮੇਰਾ ਖਿਆਲ ਹੈ ਵੀ ਪੈਦਾਵਾਰ ਮਜ਼ੀਦ ਦੋਸਤਾਂ ਨੇ ਸੁਣ ਲਿਆ ਹੋਵੇਗਾ ਵੀ ਹੁਕੂਮਤ ਨੇ ਕਿਸਾਨਾਂ ਦੇ ਟੈਕਸ ਲਾ ਦਿੱਤੇ ਨੇ
ਤੇ ਮੇਰਾ ਨਹੀਂ ਖਿਆਲ ਵੀ ਕਿਸਾਨ ਜਿਹੜੇ ਨੇ ਇਹ ਅਫੋਰਡ ਕਰ ਲਵਣਗੇ, ਕਿਉਂਕਿ ਕਿਸਾਨ ਪਹਿਲੇ ਹੀ ਅਨਲਿਮਿਟਡ ਜਿਹੜੇ ਨਾ ਇਹ ਟੈਕਸ ਪੇ ਕਰਦਾ ਪਿਆ ਹੈ। ਤੇ ਡਾਕਟਰ ਸਾਹਿਬ ਨਾਲ ਨਾਲ ਰਿਪੋਰਟ ਤਿਆਰ ਕਰਦੇ ਪਏ ਨੇ, ਫਿਰ ਨਾਲ ਨਾਲ ਦੱਸਣਗੇ। ਜੀ ਮੇਰੇ ਕਿਸਾਨ ਭਾਈਓ, ਵੀ ਜੋ ਜ਼ਮੀਨ ਦੀ ਪੀਐਚ ਆ ਰਹੀ ਹੈ ਉਹ 8.5 ਆ ਰਹੀ ਹੈ, ਯਾਨੀ 8 ਤੋਂ ਵੈਰੀ ਹੋ ਕੇ 8.5 ਤੱਕ ਆ ਰਹੀ ਆ। ਜਿਹੜੀ ਆਪਾਂ ਨੂੰ ਰਿਕੁਆਇਰਡ ਹੈ, ਯਾਨੀ ਜੋ ਵੀ ਹੈ ਤੁਸੀਂ ਇੰਟਰਨੈਟ ਤੇ ਜਾਂ ਕਿਧਰੇ ਵੀ ਚੈੱਕ ਕਰ ਲਓ, ਉਹ ਤੋਂ ਤੁਸੀਂ ਇਹ ਲਿਖ ਦਿਓ ਵੀ ਜ਼ਮੀਨ ਜਿਹੜਾ ਆਲੂ ਹੈ, ਆਪਣੀ ਆਲੂ ਦੀ ਕਾਸ਼ਤ ਹੈ, ਆਲੂ ਵਾਸਤੇ ਰਿਕੁਆਇਰਡ ਜੋ ਪੀਐਚ ਲੈਵਲ ਹੈ ਉਹ ਕਿਆ ਹੈ। ਅਗਰ ਤੁਸੀਂ ਉੱਤੇ ਲਿਖੋਗੇ ਉਹ ਤਾਂ ਤੁਹਾਨੂੰ ਮੈਂਸ਼ਨ ਕਰ ਦੇਣਗੇ ਵੀ ਇੰਨੀ ਆਪਾਂ ਨੂੰ ਚਾਹੀਦੀ ਹੈ। ਲੇਕਿਨ ਆਪਣੀ ਜ਼ਮੀਨ ਦੀ ਜੋ ਪੀਐਚ ਹੈ ਪੂਰੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਵੀ, ਪਾਕਿਸਤਾਨ ਦੇ ਵਿੱਚ ਵੀ ਪੀਐਚ ਬਹੁਤ ਜ਼ਿਆਦਾ ਹੈ। ਇਹ ਆਪਾਂ ਨੂੰ ਕੰਪਨੀਆਂ ਨੂੰ ਚਾਹੀਦਾ ਹੈ ਵੀ ਇਹ ਸਾਨੂੰ ਅਗਵਾ ਕਰਨ ਵੀ ਪੀਐਚ ਜ਼ਿਆਦਾ ਹੈ। ਅਗਰ ਪੀਐਚ ਜ਼ਿਆਦਾ ਹੈ ਤਾਂ ਫਿਰ ਡੀਏਪੀ ਨਹੀਂ ਇਸਤੇਮਾਲ ਕਰਨੀ ਚਾਹੀਦੀ, ਉਹਦੀ ਵੀ ਪੀਐਚ ਜ਼ਿਆਦਾ ਹੁੰਦੀ ਹੈ, ਫਿਰ ਉਹ ਜ਼ਿਆਦਾ ਫਿਕਸ ਹੋ ਜਾਂਦੀ ਹੈ, ਜ਼ਾਇਆ ਜ਼ਿਆਦਾ ਹੁੰਦੀ ਹੈ, ਇਸਤੇਮਾਲ ਘੱਟ ਹੁੰਦੀ ਹੈ। ਉਹਦੇ ਵਾਸਤੇ ਆਪਾਂ ਇਹਦੇ ਵਿੱਚ ਫਰਟੀਲਾਈਜ਼ਰ ਪਲਾਨ ਉਹ ਕਰਨਾ ਹੈ ਵੀ ਜਿੰਦੀ ਪੀਐਚ ਘੱਟ ਹੋਵੇਗੀ ਉਹ ਜ਼ਮੀਨ ਦੀ ਪੀਐਚ ਨੂੰ ਵੀ ਕੰਮ ਕਰੇਗੀ ਤੇ ਪੌਦੇ ਦੀ ਜਿਹੜੀ ਹੈ ਨਾ ਵੀ ਗਰੋਥ ਵੀ ਬਿਹਤਰੀਨ ਕਰੇਗੀ। ਔਰ ਅੱਗੇ ਜੀ ਇਹਦੇ ਵਿੱਚ ਇਲੈਕਟ੍ਰੋ ਕਨੈਕਟੀਵਿਟੀ ਜਿਹੜੀ ਆਪਣੀ ਆ ਰਹੀ ਹੈ ਜੀ, ਉਹ ਆ ਰਹੀ ਹੈ 545। ਇਲੈਕਟ੍ਰੋ ਕਨੈਕਟੀਵਿਟੀ ਵੀ ਬਿਹਤਰੀਨ ਹੈ, ਯਾਨੀ ਜ਼ਮੀਨ ਦੇ ਵਿੱਚ ਇਲੈਕਟ੍ਰੋ ਕਨੈਕਟੀਵਿਟੀ ਵੀ ਬਿਹਤਰੀਨ ਹੈ। ਉਸ ਤੋਂ ਬਾਅਦ ਜਿਹੜੀ ਆ ਗਈ ਜੀ ਆਪਣੀ ਇਹਦੇ ਵਿੱਚ ਫਾਸਫੋਰਸ ਦੀ ਆਪਾਂ ਨੂੰ ਰਿਕੁਆਇਰਮੈਂਟ ਜਿਹੜੀ ਹੁੰਦੀ ਹੈ ਉਹ ਤਕਰੀਬਨ 1200 ਪਲੱਸ ਹੁੰਦੀ ਹੈ, ਤੇ ਆਪਣੇ ਕੋਲ ਤਕਰੀਬਨ ਇੱਥੇ ਆ ਰਹੀ ਹੈ 480 ਆ ਰਹੀ ਹੈ। ਮਤਲਬ ਫਾਸਫੋਰਸ ਦੀ ਇਸ ਖੇਤ ਨੂੰ ਕਮੀ ਹੈ? ਨਹੀਂ, ਫਾਸਫੋਰਸ ਇਹਦੇ ਵਿੱਚ ਪਈ ਹੈ। ਜਿਹੜੀ ਸਾਦਾ ਵੇਲੀ ਜ਼ਮੀਨ ਹੁੰਦੀ ਹੈ ਉਹਦੀ 120 ਤੱਕ ਆਉਂਦੀ ਆ, ਅਗਰ ਅੱਛੀ ਜ਼ਮੀਨ ਹੈ ਤਾਂ ਉਹਦੀ ਇਸ ਤੋਂ ਜ਼ਿਆਦਾ ਵੀ ਆ ਜਾਂਦੀ ਹੈ। ਇਹਦੇ ਵਿੱਚ ਆ ਰਹੀ ਹੈ ਪਲੱਸ, ਠੀਕ ਹੈ। ਪੋਟਾਸ਼ ਆਪਣੇ ਇਹਦੇ ਵਿੱਚ ਆਮਾਂਦੀ ਪਈ ਹੈ ਵੀ ਜ਼ਿਆਦਾ ਪਈ ਹੈ। ਨਾਈਟ੍ਰੋਜਨ ਜਿਹੜੀ ਹੈ ਉਹ ਵੀ ਇਹਦੇ ਵਿੱਚ ਅਵੇਲੇਬਲ ਹੈਗੀ ਹੈ 120 ਤੱਕ। ਨਾਈਟ੍ਰੋਜਨ ਜਿਹੜੀ ਹੈ ਉਹਨੂੰ ਸੈਂਸਰ ਥੋੜਾ ਜਿਹਾ ਨਾ ਅੱਗੇ ਪਿੱਛੇ ਕਰ ਦਿੰਦਾ, ਉਹ ਨਾ ਨਾਈਟ੍ਰੋਜਨ ਦੀ ਨਾਈਟ੍ਰੋਜਨ ਹੈ ਜਿਹੜੀ ਯੂਰੀਆ ਜਿਹਨੂੰ ਕਹਿੰਦੇ ਆ, ਹਾਂਜੀ ਯੂਰੀਆ ਜਿਹਨੂੰ ਕਹਿੰਦੇ ਆ, ਉਹ ਯੂਰੀਆ ਆਪਾਂ ਇਸ ਤਰ੍ਹਾਂ ਲਾਣੀ ਹੈ ਵੀ ਜਿਹੜਾ ਆਲੂ ਕਾਸ਼ਤ ਕਰਦਾ ਨਾ ਉਹਨੂੰ ਪਤਾ ਵੀ ਇਤਨੀ ਹੋਣੀ ਚਾਹੀਦੀ ਹੈ। ਜਿਹੜੀ ਆਪਣੀ 6 ਮਹੀਨੇ ਦੀ ਦੂਸਰੀ ਫਸਲ ਹੁੰਦੀ ਹੈ, ਗੰਦਮ ਹੋ ਗਈ, ਚਾਵਲ ਹੋ ਗਿਆ, ਉਹਦੇ ਵਾਸਤੇ ਅਗਰ ਤੁਸੀਂ ਚਾਹੁੰਦੇ ਨੇ ਨਾ ਵੀ ਸਾਡੀ ਜਿਹੜੀ ਇਹ ਪੈਦਾਵਾਰ ਉਹ ਤਕਰੀਬਨ 70 ਮਣ ਤੱਕ ਆਵੇ, ਤਾਂ 70 ਮਣ ਤੱਕ ਦੀ ਇਹ ਔਸਤ ਲਾ ਲਓ ਵੀ 140 ਕਿਲੋਗ੍ਰਾਮ ਆਪਾਂ ਉਹਨੂੰ ਯੂਰੀਆ ਦੇਣੀ ਹੈ। ਯਾਨੀ 3 ਬੋਰੀਆਂ ਤੋਂ ਘੱਟ ਬਣਦੀ ਹੈ, ਤੁਸੀਂ 3 ਬੋਰੀਆਂ ਉਹਨੂੰ ਯੂਰੀਆ ਲਾਓ ਤਾਂ ਤੁਹਾਡੀ 80 ਮਣ ਪੈਦਾਵਾਰ ਆ ਜਾਏਗੀ। 70 ਮਣ ਪੈਦਾਵਾਰ ਦੇ ਬਾਰੇ ਦੱਸ ਰਹੇ ਹੋ ਜਾਂ ਮੁੰਜੀ ਦੀ ਪੈਦਾਵਾਰ ਦੀ? ਮੁੰਜੀ ਹੋ ਗਈ, ਕਣਕ ਹੋ ਗਈ, ਯਾਨੀ ਜਿਹੜੀ ਕਣਕ ਹੈ, ਗੰਦਮ ਹੈ, ਮੁੰਜੀ ਹੋ ਗਈ, ਇਹਨਾਂ ਦੀ ਪੈਦਾਵਾਰ 80 ਮਣ ਅਗਰ ਲੈਣੀ ਹੈ ਤੇ 80 ਦਾ ਡਬਲ 160, ਯਾਨੀ 3 ਬੋਰੀਆਂ ਆਪਾਂ ਨੂੰ ਯੂਰੀਆ ਚਾਹੀਦੀਆਂ। ਹੁਣ ਲੋਕ ਕਹਿਣਗੇ ਵੀ ਅਸੀਂ 3 ਬੋਰੀਆਂ ਲਾਣੇ, ਸਾਡੀ ਇੰਨੀ ਪੈਦਾਵਾਰ ਨਹੀਂ ਆਉਂਦੀ। ਉਹਦੀ ਵਜ੍ਹਾ ਇਹ ਹੈ ਵੀ ਆਪਣੀ ਜ਼ਮੀਨ ਦੀ ਪੀਐਚ ਜ਼ਿਆਦਾ ਹੈ। ਡੀਏਪੀ ਦੀ ਜਗ੍ਹਾ ਤੇ ਤੁਸੀਂ ਹੋਰ ਚੀਜ਼ਾਂ ਇਸਤੇਮਾਲ ਕਰੋ, ਜਿਹੜੀਆਂ ਐਸਿਡਿਕ ਫਰਟੀਲਾਈਜ਼ਰ ਨੇ ਉਹ ਤੁਸੀਂ ਇਸਤੇਮਾਲ ਕਰੋਗੇ। ਜਿਹੜੀ ਜ਼ਮੀਨ ਦੇ ਵਿੱਚ ਤੁਹਾਡੇ ਕੋਲ ਪਹਿਲੇ ਅਵੇਲੇਬਲ ਪਈ ਹੈ ਉਹ ਵੀ ਇਸਤੇਮਾਲ ਹੋ ਜਾਏਗੀ। ਇਹ ਕੰਪਨੀਆਂ ਨੇ ਹੁਣ ਇੱਕ ਨया ਉਹਨਾਂ ਨੇ ਪ੍ਰੋਡਕਟ ਸ਼ੁਰੂ ਲਿਆ, ਟੱਚ ਅਪ ਉਹਦਾ ਨਾਂ ਹੈ, ਲੇਕਿਨ ਉਹਦੇ ਵਿੱਚ ਉਹੀਓ ਚੀਜ਼ ਹੈ ਜਿਹੜੀ ਚੀਜ਼ ਅਸੀਂ ਦੱਸ ਰਹੇ ਹਾਂ। ਅਸੀਂ 3 ਸਾਲਾਂ ਤੋਂ ਇਹ ਕੰਮ ਕਰ ਰਹੇ ਹਾਂ, ਅਸੀਂ ਦੱਸ ਰਹੇ ਹਾਂ ਵੀ ਪੀਐਚ ਜਿਹੜੀ ਹੈ ਉਹ ਜ਼ਿਆਦਾ ਹੈ, ਉਹਨੂੰ ਕੰਮ ਕੀਤਾ ਜਾਵੇ, ਉਹਨੂੰ ਕੰਮ ਕੀਤਾ ਜਾਵੇ ਤਾਂ ਪੈਦਾਵਾਰ ਜ਼ਿਆਦਾ ਆ ਜਾਂਦੀ ਹੈ। ਅਸੀਂ ਆਪ ਇਹ ਕਿਸਾਨ ਹੈ, ਅਸੀਂ ਆਪ ਵੀ ਇਹ ਕੰਮ ਕਰ ਰਹੇ ਹਾਂ, ਉੱਥੇ ਤਜਰਬੇ ਕਰ ਰਹੇ ਹਾਂ, ਸਾਡੀ ਪੈਦਾਵਾਰ ਜ਼ਿਆਦਾ ਆ ਰਹੀ ਹੈ। ਹੁਣ ਇਹਦੇ ਵਿੱਚ ਇਹ ਭਾਈ ਅਫਸਰ ਨੇ ਸੁਣਾਇਆ, ਇਹਦਾ ਚੈੱਕ ਕੀਤਾ, ਇਹਦੇ ਵਾਸਤੇ ਇਹਨਾਂ ਨੂੰ ਮੈਂ ਐਸਿਡਿਕ ਫਰਟੀਲਾਈਜ਼ਰ ਜਿਹਦੇ ਵਿੱਚ ਹੈਗਾ ਹੈ ਜੀ ਮੋਨੋ ਅਮੋਨੀਅਮ ਫਾਸਫੇਟ ਤੇ ਯੂਰੀਆ ਫਾਸਫੇਟ, ਇਹਨਾਂ ਦਾ ਫਾਰਮੂਲਾ ਹੁੰਦਾ ਜੀ 12-61। 12% ਉਹਦੇ ਵਿੱਚ ਨਾਈਟ੍ਰੋਜਨ ਹੁੰਦੀ ਹੈ, 61% ਉਹਦੇ ਵਿੱਚ ਫਾਸਫੋਰਸ ਹੁੰਦੀ ਹੈ। ਔਰ ਜਿਹੜਾ ਹੁੰਦਾ ਹੈ ਯੂਰੀਆ ਫਾਸਫੇਟ ਉਹਦੇ ਵਿੱਚ 17% ਨਾਈਟ੍ਰੋਜਨ ਤੇ 44% ਫਾਸਫੋਰਸ ਹੁੰਦੀ ਹੈ। ਹੁਣ ਭਾਈ ਮੁਹੰਮਦ ਅਫਜ਼ਲ ਨੇ ਪਹਿਲੇ ਹੀ 2 ਬੋਰੀਆਂ ਡੀਏਪੀ ਲਾ ਦਿੱਤੀਆਂ, ਲੇਕਿਨ ਅਗਰ ਯਾਨੀ ਮੈਨੂੰ ਇਹ ਆਲੂ ਕਾਸ਼ਤ ਕਰਨ ਤੋਂ ਪਹਿਲੇ ਬੁਲਾ ਲੈਂਦੇ, ਮੈਂ ਇਹਨਾਂ ਨੂੰ ਕਹਿਣਾ ਸੀ ਵੀ ਤੁਸੀਂ ਨਾ ਜਿੱਥੇ 2 ਬੋਰੀਆਂ ਇਸਤੇਮਾਲ ਕਰਨੀਆਂ ਨੇ, 1 ਬੋਰੀ ਇਹ ਇਸਤੇਮਾਲ ਕਰ ਦਿਓ, 1 ਬੋਰੀ ਤੁਸੀਂ ਜਿਹੜੀ ਹੈਗੀ ਹੈ ਮੋਨੋ ਅਮੋਨੀਅਮ ਫਾਸਫੇਟ ਜਾਂ ਯੂਰੀਆ ਫਾਸਫੇਟ ਇਸਤੇਮਾਲ ਕਰੋਗੇ, ਉਹ ਤੁਹਾਡੀ ਜਿਹੜੀ ਡੀਏਪੀ ਹੈ ਉਹ ਵੀ ਇਸਤੇਮਾਲ ਹੋ ਜਾਏਗੀ ਤੇ ਉਹਦੀ ਪੀਐਚ ਵੀ ਡਾਊਨ ਹੋ ਜਾਏਗੀ ਤੇ ਪੌਦੇ ਦੀ ਗਰੋਥ ਵੀ ਬਿਹਤਰੀਨ ਹੋ ਜਾਏਗੀ। ਯਾਨੀ ਅਸੀਂ ਪੀਐਚ ਲੈਵਲ ਨੂੰ ਬਿਲਕੁਲ ਕੰਮ ਕਰ ਦਿਆਂਗੇ, ਉਹਦੀ ਨਾਲ ਆਪਣੀ ਪੈਦਾਵਾਰ ਜ਼ਿਆਦਾ ਹੋ ਜਾਏਗੀ। ਤੇ ਪੀਐਚ ਨੂੰ ਤੁਸੀਂ ਇਸ ਤਰ੍ਹਾਂ ਵੀ ਸਮਝ ਸਕਦੇ ਨੇ ਵੀ ਅਗਰ ਆਪਣੇ ਕੋਲ ਕੋਈ ਅੱਛਾ ਸਾਲਣ ਪੱਕਾ ਹੋਵੇ, ਬੱਕਰਾ ਪੱਕਾ ਹੋਵੇ, ਤਾਂ ਉਹਦੇ ਵਿੱਚ ਮਿਰਚਾਂ ਜ਼ਿਆਦਾ ਹੋ ਜਾਣ, ਬੰਦੇ ਕੋਲ ਖਮੀਂਦਾ ਨਹੀਂ ਹੈ, ਖਾ ਨਹੀਂ ਸਕਦਾ, ਉਹਦੇ ਵਾਸਤੇ ਕੀ ਹੁੰਦਾ ਹੈ ਜੀ, ਜਾਂ ਆਪਾਂ ਉਹਦੇ ਵਿੱਚ ਨਮਕ ਇਸਤੇਮਾਲ ਕਰਨਾ ਹੈ ਜਾਂ ਕੋਈ ਹੋਰ ਚੀਜ਼ ਜਿਹੜੀ ਫੋਕੀ ਹੁੰਦੀ ਉਹ ਆਪਾਂ ਇਸਤੇਮਾਲ ਕਰਕੇ ਉਹਨੂੰ ਕਾਬਲੇ ਵੀ ਉਹਨੂੰ ਖਾਣ ਦੇ ਕਾਬਲ ਆਪਾਂ ਬਣਾ ਲੈਂਦੇ ਹਾਂ। ਹੁਣ ਆਪਣੀ ਜ਼ਮੀਨ ਦੇ ਵਿੱਚ ਮਿਰਚਾਂ ਪਹਿਲੇ ਜ਼ਿਆਦਾ ਨੇ ਤੇ ਇਹ ਪੌਦਾ ਆਪਾਂ ਨੂੰ ਦੱਸ ਹੀ ਨਹੀਂ ਸਕਦਾ ਵੀ ਮੇਰੇ ਮਿਰਚਾਂ ਜ਼ਿਆਦਾ ਨੇ, ਮੇਰੇ ਕੋਲ ਨਹੀਂ ਖਾਧਾ ਜਾ ਰਿਹਾ।
ਉਹ ਜਿਸ ਵਕਤ ਉਹ ਦੱਸ ਨਹੀਂ ਸਕਦਾ ਇਹਦੇ ਉੱਤੇ ਬਿਮਾਰੀਆਂ ਲੱਗਣਗੀਆਂ, ਉਹ ਥੱਲੋਂ ਤੋਂ ਉਹਨੂੰ ਖੁਰਾਕ ਮਿਲ ਨਹੀਂ ਰਹੀ, ਜਿੰਨੇ ਉਹਨੂੰ ਤਾਕਤ ਦੇਣੀ ਉਹ ਤਾਂ ਥੱਲੋਂ ਮਿਲ ਨਹੀਂ ਰਹੀ, ਪੀਐਚ ਜ਼ਿਆਦਾ ਹੈ, ਉਸ ਪੀਐਚ ਨੂੰ ਆਪਾਂ ਘੱਟ ਕਰਾਂਗੇ, ਮਿਰਚਾਂ ਨੂੰ ਘੱਟ ਕਰਾਂਗੇ, ਉਹਦੇ ਵਾਸਤੇ ਆਪਾਂ ਇਹਦੇ ਵਿੱਚ ਫੋਕੀਆਂ ਚੀਜ਼ਾਂ ਇਸਤੇਮਾਲ ਕਰਾਂਗੇ। ਉਹ ਕਰਾਂਗੇ ਤੇ ਇਹ ਥੱਲੋਂ ਆਦਮੀ ਖੁਰਾਕ ਜ਼ਿਆਦਾ ਲੈ ਸੀ, ਇਹਦਾ ਇਮਿਊਨ ਸਿਸਟਮ ਠੀਕ ਠਾਕ ਹੋ ਜਾਏਗਾ, ਇਹਦੇ ਤੇ ਕੋਈ ਸਾਈਡ ਇਫੈਕਟ ਨਹੀਂ ਹੋਵੇਗਾ। ਤੇ ਬਾਕੀ ਰਿਪੋਰਟ ਮੈਂ ਬਣਾ ਦਿੱਤੀ ਹੈ, ਰਿਪੋਰਟ ਆਪਣੇ ਕੋਲ ਆ ਗਈ ਹੈ। ਇਹ ਰਿਪੋਰਟ ਤੁਸੀਂ ਦੇਖ ਵੀ ਸਕਦੇ ਜੇ, ਮੈਂ ਤੁਹਾਨੂੰ ਦਿਖਾ ਦੇਣਾ ਜੀ। ਇਹ ਜੀ ਦਿਖਾ ਦਿਆ ਜੀ। ਇਹ ਸਾਈਡ ਤੋਂ ਲਿਆਓ। ਤੇ ਇਸ ਮਸ਼ੀਨ ਨਾਲ ਜਨਾਬ ਇਹ ਸੈਂਸਰ ਨਾਲ ਚੈੱਕ ਕੀਤੀ ਹੈ ਤੇ ਰਿਪੋਰਟ ਵੀ ਬਣ ਗਈ ਹੈ। ਤੇ ਡਾਕਟਰ ਸਾਹਿਬ ਮੈਨੂੰ ਇਹ ਦੱਸੋ ਵੀ ਤਹਿਸੀਲ ਦੀਪਾਲਪੁਰ ਦੇ ਵਿੱਚ ਅਗਰ ਕੋਈ ਕਿਸਾਨ ਵੀਰ ਭਰਾ ਮੇਰੇ ਤਰ੍ਹਾਂ ਆਪਣੀ ਫਸਲ ਜਾਂ ਆਪਣੀ ਮਿੱਟੀ ਦਾ ਤਜਜ਼ੀਆ, ਬਲਕਿ ਮਿੱਟੀ ਦਾ ਤਜਜ਼ੀਆ ਉਹਨਾਂ ਮਤਲਬ ਕਰਵਾਉਣਾ ਹੈ, ਤੇ ਅਗਰ ਉਹ ਤੁਹਾਡੇ ਨਾਲ ਰਾਬਤਾ ਕਰਨ, ਤੁਸੀਂ ਆਪਣਾ ਪ੍ਰੋਪਰ ਐਡਰੈਸ ਜਾਂ ਫੋਨ ਨੰਬਰ ਦੇਣਾ ਚਾਹੋਗੇ? ਅਗਰ ਕੋਈ ਕਿਸਾਨ ਕਹਿੰਦਾ ਵੀ ਮੇਰਾ ਆ ਕੇ ਚੈੱਕ ਕਰੋ ਤੇ ਕਰ ਸਕਦੇ ਹੋ? जी सर, इंशाल्लाह मैं पूरी कोशिश करूँगा भी मैं ख़ुद जाऊँ। अगर मैं ख़ुद ना पहुँच सका तो मैं अपना असिस्टेंट या कोई भी मैं वो भेज दूँगा, वो आपके सारे टेस्ट करके रिपोर्ट बना देगा, यानी वो वैल्यू ले देगा। वैल्यू जब मेरे पास आएगी मैं उसकी कैलकुलेशन करूँगा, कैलकुलेशन करने के बाद उसमें जो जो चीज़ की ज़रूरत होगी वो मैं आपको रिपोर्ट बनाकर व्हाट्सअप भी कर सकता हूँ, और कोशिश मैं करूँगा कि मैं ख़ुद जाकर विज़िट करूँ। तो उसके लिए मेरा एड्रेस ये है भी चक बावा में गवर्नमेंट बॉयज़ एलिमेंट्री स्कूल है, उसके सामने मैंने अपनी लेबॉर्ट्री बनाई है, और वो लेबॉर्ट्री मेरी तकरीबन 1 माह में मुकम्मल तैयार हो जाएगी वहाँ पे। और विज़िट मैं यानी भी जो खेतों में फील्ड में काम कर रहा हूँ वो मुझे तकरीबन 1.5 साल हो गया है काम करते हुए। तो आज भाई मोहम्मद अफजल साहब ने बुलाया था, तो इनसे मेरी मुलाकात हुई है, तो आप लोगों के साथ भी मैं शेयर कर रहा हूँ। लेकिन मेरे साथ जो किसान हैं वो ज़्यादा अटैच हो रहे हैं लगातार, तो जो भी मुझसे रब्ता करना चाहता है, मैं अपना व्हाट्सअप नंबर, अपना मुकम्मल एड्रेस और फ़ोन नंबर आपके साथ वीडियो में शेयर कर दूँ। डॉक्टर साहब ਤੁਸੀਂ ਨੰਬਰ ਸਾਰਾ ਬੋਲ ਕੇ ਇੱਕ ਦੱਸ ਦਿਓ ਜਿਹੜਾ WhatsApp ਤੁਹਾਡਾ ਚੱਲਦਾ ਹੈ। मेरा व्हाट्सअप नंबर है 0308 509 6975। ਤੇ ਬੜੀ ਮਿਹਰਬਾਨੀ ਡਾਕਟਰ ਸਾਹਿਬ, ਇਨਸ਼ਾਅੱਲਾ ਤਾਲਾ ਤੁਹਾਡੇ ਪਲਾਨ ਤੇ ਅਸੀਂ ਅਮਲ ਕਰਾਂਗੇ। ਕਿਸਾਨ ਦੋਸਤੋ, ਇਨਸ਼ਾਅੱਲਾ ਤਾਲਾ ਤੇ ਕਿਸਾਨ ਦੋਸਤੋ, ਸਾਡਾ ਜਨਾਬ ਵਿਜ਼ਿਟ ਮੁਕੰਮਲ ਹੋ ਗਿਆ ਹੈ, ਤਾਂ ਹੁਣ ਸਾਨੂੰ ਦਿਓ ਇਜਾਜ਼ਤ। ਮੈਂ ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ, ਅੱਲਾ ਹਾਫਿਜ਼, ਪਾਕਿਸਤਾਨ जिंदाबाद।